ਹੈਲੋ एवरीवन ਐਂਡ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੈਲਕਮ ਬੈਕ ਟੂ ਐਨੀਬਡੀ ਕੈਨ ਲਰਨ ਜੀਕੇ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਨ ਵਾਲੇ ਹਾਂ ਜਿਹੜੇ ਆਪਣੀ ਅਪਕਮਿੰਗ ਪੋਸਟ ਹੈ ਪੰਜਾਬ ਪਟਵਾਰੀ ਜ਼ਿਲ੍ਹਾਦਾਰ ਦੀ, ਉਹਦੇ ਲਈ ਇੱਕ ਬੈਸਟ ਸਟ੍ਰੈਟਜੀ ਕੀ ਹੋਊਗੀ ਤੁਹਾਨੂੰ ਐਗਜ਼ਾਮ ਕਲੀਅਰ ਕਰਾਉਣ ਲਈ। ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਕਿ ਬੁੱਕਸ ਕਿਹੜੀ ਆਪਾਂ ਨੂੰ ਚਾਹੀਦੀਆਂ ਨੇ ਅਤੇ ਕਿੱਦਾਂ ਦਾ ਆਪਾਂ ਸ਼ੈਡਿਊਲ ਰੱਖਾਂਗੇ। ਅਤੇ ਡੈਫੀਨੇਟਲੀ ਇਹ ਤੁਹਾਡੇ ਲਈ 100% ਇਫੈਕਟਿਵ ਹੋਏਗਾ ਜੇਕਰ ਤੁਸੀਂ ਇਹਨੂੰ ਸੱਚੀ ਇੰਪਲੀਮੈਂਟ ਕਰਦੇ ਹੋ। ਅਤੇ ਬੇਸਿਕਲੀ ਕੀ ਹੈਗਾ, ਮੇਰੀ ਆਹੀ ਕੋਸ਼ਿਸ਼ ਰਹੇਗੀ ਕਿ ਤੁਹਾਨੂੰ ਇਸ ਸਟ੍ਰੈਟਜੀ ਦੇ ਦੌਰਾਨ ਜ਼ੀਰੋ ਤੋਂ ਹੀਰੋ ਬਣਾਇਆ ਜਾਵੇ। ਅਤੇ ਆਹ ਗੱਲ ਵੀ ਬਿਲਕੁਲ ਜਾਇਜ਼ ਹੈ ਕਿ ਤੁਸੀਂ ਕਰ ਸਕਦੇ ਹੋ, ਕਿਉਂਕਿ ਜੇਕਰ ਤੁਸੀਂ ਠਾਣ ਲਓ ਕਿ ਹਾਂ ਜੀ ਮੈਂ ਆਹ ਚੀਜ਼ ਕਰਨੀ ਹੈ ਤਾਂ ਤੁਸੀਂ ਕਰ ਵੀ ਲਓਗੇ। ਆਪਣੇ ਉੱਪਰ ਭਰੋਸਾ ਰੱਖੋ ਅਤੇ ਇਸੇ ਪੋਜ਼ੀਟਿਵ ਨੋਟ ਦੇ ਨਾਲ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੇ ਇਸ ਵੀਡੀਓ ਨੂੰ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੇਪਰ ਜਿਹੜਾ ਔਨਲਾਈਨ ਹੋਊਗਾ ਜਾਂ ਆਫਲਾਈਨ ਹੋਊਗਾ। ਤਾਂ ਜਿਹੜੀ ਨੋਟੀਫਿਕੇਸ਼ਨ ਆਈ ਸੀ ਉਹਦੇ ਦੌਰਾਨ ਸਾਫ਼-ਸਾਫ਼ ਲਿਖਿਆ ਹੋਇਆ ਸੀਗਾ ਕਿ OMR ਬੇਸ ਪੇਪਰ ਹੋਏਗਾ, ਯਾਨੀ ਕਿ ਆ ਪੇਪਰ ਆਫਲਾਈਨ ਹੋਊਗਾ, ਕਿਉਂਕਿ PTPLS ਵੀ ਇਹਨੂੰ ਕਨੈਕਟ ਕਰਵਾਏਗੀ ਅਤੇ ਆ ਆਫਲਾਈਨ ਹੋਊਗਾ ਅਤੇ OMR ਸ਼ੀਟ ਬੇਸਡ ਹੋਊਗਾ। ਅਤੇ PPSC ਵਾਂਗੂ ਵੀ ਇਹਦੇ ਵਿੱਚ ਨੈਗੇਟਿਵ ਮਾਰਕਿੰਗ ਹੈ, ਮਤਲਬ PPSC ਦੇ ਵਿੱਚ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ। ਆਪਾਂ ਜਿੰਨੇ ਕੁਐਸਚਨ ਆਉਂਦੇ ਉਹਨੇ ਤਾਂ ਕਰਦੇ ਹੀ ਹਾਂ, ਅਦਰਵਾਈਜ਼ ਬਾਕੀ ਅਸੀਂ ਤੁੱਕੇ ਮਾਰ ਜਾਂਦੇ ਹਾਂ, ਕਿਉਂਕਿ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ। ਜੇ ਸਹੀ ਹੁੰਦਾ ਹੈ ਤਾਂ ਆਪਾਂ ਨੂੰ ਪੁਆਇੰਟਸ ਮਿਲ ਜਾਂਦੇ ਨੇ। ਇਹਦੇ ਵਿੱਚ ਕੀ ਹੈਗਾ ਜੀ, ਹਰ ਇੱਕ ਪੇਪਰ ਜਿਹੜਾ, ਹਰ ਇੱਕ ਕੁਐਸਚਨ ਜਿਹੜਾ 1 ਨੰਬਰ ਦਾ ਹੋਊਗਾ ਅਤੇ ਜੇਕਰ ਕੁਐਸਚਨ ਤੁਸੀਂ ਗਲਤ ਕਰਦੇ ਹੋ ਤਾਂ 1/4 ਜਾਣਗੇ ਤੁਹਾਡੇ, ਯਾਨੀ ਕਿ ਮਿਲੂਗਾ 1 ਅਤੇ 0.25 ਤੁਹਾਡਾ ਮਾਈਨਸ ਕੀਤਾ ਜਾਊਗਾ ਜੇਕਰ ਤੁਸੀਂ ਆਨਸਰ ਗਲਤ ਕੀਤਾ। ਅਤੇ ਇਨ ਕੇਸ ਤੁਸੀਂ ਕੋਈ ਕੁਐਸਚਨ ਅਟੈਂਪਟ ਹੀ ਨਹੀਂ ਕੀਤਾ ਤਾਂ ਉਹਦੇ ਲਈ ਨਾ ਤਾਂ ਕੋਈ ਪੁਆਇੰਟ ਮਿਲੂਗਾ, ਯਾਨੀ ਕਿ ਨੰਬਰ ਨਾ ਤਾਂ ਕੋਈ ਮਿਲੂਗਾ ਨਾ ਹੀ ਕੋਈ ਘਟੂਗਾ। ਅਤੇ ਪਹਿਲਾਂ ਜਿਹੜਾ ਪੇਪਰ ਹੋਇਆ ਕਰਦਾ ਉਹ 100 ਨੰਬਰ ਦਾ ਸੀਗਾ। ਇਸ ਵਾਰ ਜਿਹੜਾ ਪੇਪਰ ਹੈ 120 ਮਾਰਕ ਦਾ, ਯਾਨੀ ਕਿ 120 ਹੀ ਕੁਐਸਚਨ ਹੋਣਗੇ, ਹਰ ਇੱਕ ਕੁਐਸਚਨ ਦਾ 1 ਨੰਬਰ ਮਿਲੂਗਾ ਤੁਹਾਨੂੰ। ਅਤੇ ਸਿਲੇਬਸ ਡਿਸਕਸ ਕਰਨ ਤੋਂ ਪਹਿਲਾਂ ਮੈਂ ਪਹਿਲਾਂ ਹੀ ਕਹਿ ਦੇਣਾ ਚਾਹੁੰਦਾ ਗੱਲ ਵੀ ਜਿਹੜੇ ਲੋਕ ਸੀਰੀਅਸ ਨੇ ਐਗਜ਼ਾਮ ਨੂੰ ਲੈ ਕੇ ਉਹੀ ਆਹ ਵੀਡੀਓ ਦੇਖਣ, ਅਦਰਵਾਈਜ਼ ਤੁਸੀਂ ਨਾ ਦੇਖੋ, ਕਿਉਂਕਿ ਟਾਈਮ ਪਾਸ ਵਾਲੇ ਸਟੂਡੈਂਟ ਨਾ ਮੈਨੂੰ ਵੀ ਚਾਹੀਦੇ ਨਹੀਂ ਹੈਗੇ। ਜੇਕਰ ਤੁਸੀਂ ਲਾਈਫ ਦੇ ਵਿੱਚ ਸੱਚੀ ਕੁਝ ਕਰਨਾ ਹੈ, ਕਿਸੇ ਪੋਸਟ 'ਤੇ ਆਉਣਾ ਹੈਗਾ, ਤਾਂ ਹੀ ਉਹ ਲੋਕ ਆਹ ਵੀਡੀਓ ਦੇਖਣ, ਅਦਰਵਾਈਜ਼ ਹਲੇ ਵੀ ਸਕਿਪ ਕਰ ਸਕਦੇ ਹੋ, ਬੰਦ ਕਰ ਸਕਦੇ ਹੋ ਤੁਸੀਂ। ਸਭ ਤੋਂ ਪਹਿਲੀ ਗੱਲ ਕਰਦੇ ਹਾਂ ਆਪਾਂ ਜਰਨਲ ਨੌਲੇਜ ਜਾਂ ਅਵੇਅਰਨੈਸ ਦੀ। ਵੈਸੇ ਤਾਂ ਬਹੁਤ ਹੀ ਵੱਡਾ ਸਬਜੈਕਟ ਹੈਗਾ ਆਹ, ਲੇਕਿਨ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਤਾਂ ਵਧੀਆ ਗੱਲ ਹੈ ਕਿ ਆਪਾਂ ਕੀ ਕੁਝ ਪੜ੍ਹਨਾ ਹੈਗਾ। ਜਿਵੇਂ ਆਪਾਂ ਗੱਲ ਕਰਦੇ ਹਾਂ ਹਿਸਟਰੀ ਬਾਰੇ, ਜੀਓਗ੍ਰਾਫੀ ਬਾਰੇ ਅਤੇ ਇਕਨੋਮਿਕਸ ਬਾਰੇ। ਇਕਨੋਮਿਕਸ ਤੋਂ ਬਾਅਦ ਆ ਕੇ ਜਾਂਦਾ ਫੀਲਡ ਸਿਨੇਮਾ, ਲਿਟਰੇਚਰ ਦਾ ਫੀਲਡ ਆ ਜਾਂਦਾ, ਇੰਪੋਰਟੈਂਟ ਇਵੈਂਟ ਆ ਜਾਂਦੇ ਨੇ। ਉਸ ਤੋਂ ਬਾਅਦ ਜਿਹੜੇ ਹੈ ਜੀ ਆਪਣੀ ਮਿਡੀਵਲ ਹਿਸਟਰੀ, ਮੋਡਰਨ ਹਿਸਟਰੀ ਅਤੇ ਫਿਰ ਪੋਲਿਟੀ ਆ ਜਾਂਦੀ ਹੈ। ਕਿਉਂਕਿ ਮੈਂ ਜਿਹੜੇ 3 ਤੋਂ 4 ਟੋਪਿਕ ਨੇ ਜਿਹੜੇ ਦੱਸੇ ਇਹਦੇ ਉੱਪਰ ਤਾਂ ਮੈਂ ਕੰਪਲੀਟ ਸੀਰੀਜ਼ ਬਣਾ ਚੁੱਕਿਆ। ਜੇਕਰ ਤੁਸੀਂ ਪੁਰਾਣੇ ਸਟੂਡੈਂਟ ਹੋ ਤੁਸੀਂ ਦੇਖ ਵੀ ਰਹੇ ਹੋਣੇ, ਅਦਰਵਾਈਜ਼ ਮੈਂ ਤੁਹਾਨੂੰ ਦੱਸਦਾ ਜਿਵੇਂ ਇੰਡੀਅਨ ਜੀਓਗ੍ਰਾਫੀ ਦਾ ਹਲੇ ਮੈਂ ਨਵਾਂ ਹੀ ਕੋਰਸ ਸ਼ੁਰੂ ਕੀਤਾ ਹੈਗਾ। ਜੇਕਰ ਨਹੀਂ ਦੇਖਿਆ ਹੈਗਾ ਤੁਸੀਂ ਆ ਜਾ ਕੇ ਦੇਖ ਲਿਓ ਵੀਡੀਓ। ਜਿਹਨੂੰ ਬਿਲਕੁਲ ਵੀ ਪਤਾ ਨਹੀਂ ਹੈਗਾ ਨਾ ਉਹਨੂੰ ਵੀ ਪਤਾ ਲੱਗ ਜਾਊਗਾ ਕਿ ਜੀਓਗ੍ਰਾਫੀ ਦੇ ਵਿੱਚ ਹੁੰਦਾ ਕੀ ਹੈ। ਇੱਕ ਆਪਣੀ ਇੰਡੀਅਨ ਪੋਲਿਟੀ ਦੀ ਸੀਰੀਜ਼ ਹੈ, ਜਿਵੇਂ ਤੁਸੀਂ ਇਸ ਵੀਡੀਓ ਦੇ ਵਿੱਚ ਦੇਖਿਆ ਨਾ, ਸਾਫ਼-ਸਾਫ਼ ਲਿਖਿਆ ਹੋਇਆ ਕਿ ਜੁਡੀਸ਼ੀਅਲ ਸਿਸਟਮ। ਤਾਂ ਇਸ ਜਿਹੜਾ 15ਵਾਂ ਪਾਰਟ ਹੈ ਇਹਦੇ ਵਿੱਚ ਮੈਂ ਜੁਡੀਸ਼ੀਅਲ ਸਿਸਟਮ ਬਾਰੇ ਹੀ ਦੱਸਿਆ ਹੋਇਆ ਹੈਗਾ, ਚੰਗੀ ਤਰ੍ਹਾਂ ਦੱਸਿਆ ਹੋਇਆ ਹੈਗਾ। ਉਸ ਤੋਂ ਬਾਅਦ ਜੇਕਰ ਗੱਲ ਕਰਾਂ ਪੰਜਾਬ ਜੀਕੇ ਬਾਰੇ ਵੀ ਕਿਹਾ ਹੈਗਾ, ਤਾਂ ਪੰਜਾਬ ਜੀਕੇ ਦੀ ਸੀਰੀਜ਼ ਕੰਟੀਨਿਊ ਕੀਤੀ ਹੋਈ ਹੈ ਮੈਂ। ਆਹ ਪਾਰਟ 4 ਦਾ ਥੰਬਨੇਲ ਹੈ। ਅਤੇ ਬਾਕੀ ਸਾਇੰਸ ਦੀ ਗੱਲ ਕਰੀਏ ਤਾਂ ਜਿਵੇਂ ਪਾਰਟ 6 ਦੇ ਵਿੱਚ ਮੈਂ ਐਸਿਡਸ ਬਾਰੇ ਕੁਐਸਚਨ ਕਰਵਾਏ ਨੇ। ਜਿਵੇਂ ਗੱਲ ਕਰ ਰਿਹਾ ਸੈਂਟਰ ਸਟੇਟ ਦੇ ਬਾਰੇ, ਰਿਲੇਸ਼ਨ ਬਾਰੇ, ਸਿਟੀਜ਼ਨਸ਼ਿਪ ਬਾਰੇ, ਫੰਡਾਮੈਂਟਲ ਰਾਈਟ ਐਂਡ ਫੰਡਾਮੈਂਟਲ ਡਿਊਟੀ। ਆ ਫੰਡਾਮੈਂਟਲ ਰਾਈਟ ਐਂਡ ਫੰਡਾਮੈਂਟਲ ਡਿਊਟੀ ਤੋਂ ਤਾਂ ਡੈਫੀਨੇਟਲੀ ਕੁਐਸਚਨ ਆਊਗਾ ਹੀ ਆਊਗਾ, ਤੁਸੀਂ ਲਿਖ ਕੇ ਲੈ ਲਓ ਮੇਰੇ ਤੋਂ, ਕਿਉਂਕਿ ਆਹ 2 ਚੀਜ਼ ਨੇ ਜਿਹੜੇ ਪਾਰਟ 3 ਅਤੇ ਪਾਰਟ 4 ਦੇ ਵਿੱਚ ਜਿਹੜੇ ਆਉਂਦੇ ਨੇ। ਪਾਰਟ 4 ਇਹਦੇ ਵਿੱਚ ਇਹਦੇ ਲਈ ਕੁਐਸਚਨ ਪੁੱਛਿਆ ਜਾਂਦਾ ਹੈਗਾ ਅਤੇ ਟੋਟਲੀ 20 ਕੁਐਸਚਨ ਆਉਣਗੇ ਇਸ ਸਬਜੈਕਟ ਦੇ ਵਿੱਚ। ਜੀਕੇ ਦਾ ਨਾ ਬੇਸਿਕਲੀ ਇੱਕ ਪ੍ਰੋ ਵੀ ਹੈ, ਕੌਨਸ ਵੀ ਨੇ। ਪ੍ਰੋ ਕੀ ਹੈ ਜੀ, ਪਹਿਲਾਂ ਆਪਾਂ ਇਹਦੇ ਨੈਗੇਟਿਵ ਪੁਆਇੰਟ ਬਾਰੇ ਗੱਲ ਕਰਦੇ ਹਾਂ ਕਿ ਤੁਸੀਂ ਭਾਵੇਂ ਨਾ ਇਹਨੂੰ ਡੀਪਲੀ ਪੜ੍ਹੋ, ਜਿੰਨਾ ਮਰਜ਼ੀ ਪੜ੍ਹੋ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਤੁਸੀਂ 20 ਦੇ ਵਿੱਚੋਂ 20 ਨੰਬਰ ਨਾ ਨਹੀਂ ਲੈ ਸਕਦੇ। ਕੋਈ ਵੀ ਨਹੀਂ ਲੈ ਸਕਦਾ ਹੈਗਾ, ਤੁਸੀਂ ਕੀ ਕੋਈ ਵੀ ਨਹੀਂ ਲੈ ਸਕਦਾ ਹੈਗਾ। ਲੇਕਿਨ ਜੇਕਰ ਆਪਾਂ ਇਹਦਾ ਪੋਜ਼ੀਟਿਵ ਪੁਆਇੰਟ ਦੇਖੀਏ ਨਾ, ਜੇਕਰ ਤੁਸੀਂ ਇਹਨੂੰ ਡੀਪਲੀ ਪੜ੍ਹਦੇ ਹੋ ਨਾ, ਜੇ ਤੁਸੀਂ 15 ਨੰਬਰ ਵੀ ਲੈ ਆਉਂਦੇ ਹੋ, ਆਹ 15 ਨੰਬਰ ਵੀ ਨਾ ਤੁਹਾਨੂੰ ਹੋਰਾਂ ਦੇ ਨਾਲ ਜੇ ਕੰਪੇਅਰ ਕਰੀਏ ਤਾਂ ਤੁਹਾਡੇ ਰੈਂਕ ਗੇਨ ਕਰਨ ਵਿੱਚ ਨਾ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਕਰੇਗਾ। ਕਿਉਂਕਿ ਹਰ ਬੰਦੇ ਦੀ ਜੀਕੇ ਚੰਗੀ ਨਹੀਂ ਹੁੰਦੀ ਹੈਗੀ ਅਤੇ ਡਰ ਵੀ ਬੈਠਾ ਹੋਇਆ ਕਿ ਜੀਕੇ ਤਾਂ ਆਉਂਦੀ ਨਹੀਂ ਹੈਗੀ, ਜੀਕੇ ਤਾਂ ਆਉਂਦੀ ਨਹੀਂ ਹੈਗੀ। ਪੜ੍ਹਦੇ ਹੀ ਨਹੀਂ ਜੀ, ਜੀਕੇ ਕੀ ਆਊਗੀ। ਜੀਕੇ ਇੱਕ ਬਹੁਤ ਵਧੀਆ ਸਬਜੈਕਟ ਹੈ ਜੇ ਇੰਟਰਸਟ ਨਾਲ ਪੜ੍ਹਿਆ ਜਾਵੇ। ਤਾਂ ਜੇਕਰ ਤੁਸੀਂ 15 ਨੰਬਰ ਵੀ ਲੈ ਲਓਗੇ ਨਾ 20 ਵਿੱਚੋਂ, ਤਾਂ ਤੁਹਾਡਾ ਰੈਂਕ ਨੇ ਸਮਝ ਲਓ ਤੁਸੀਂ 3-4 ਹਜ਼ਾਰ ਬੱਚੇ ਨਾ ਉੱਪਰ ਕ੍ਰੋਸ ਕਰ ਗਏ ਹੋ। 3-4 ਹਜ਼ਾਰ ਵੀ ਵੈਸੇ ਮੈਂ ਬਹੁਤ ਹੀ ਘੱਟ ਬੰਦੇ ਗਿਣ ਰਿਹਾ, ਘੱਟ ਸਮਝੋ ਕਿ ਤੁਸੀਂ 10,000 ਬੱਚੇ ਦੇ ਪਲੱਸ ਉੱਪਰ ਰੈਂਕ ਲੈ ਲਓਗੇ ਸਿਰਫ ਇਸ ਜੀਕੇ ਦੇ ਵਿੱਚ, ਜੇਕਰ ਤੁਸੀਂ 15 ਨੰਬਰ ਵੀ ਗੇਨ ਕਰ ਲੈਂਦੇ ਹੋ। ਤਾਂ ਕੁਝ ਫਾਇਦਾ ਵੀ ਹੁੰਦਾ ਜੀਕੇ ਦਾ ਅਤੇ ਕੁਝ ਨੁਕਸਾਨ ਵੀ ਹੁੰਦਾ ਹੈਗਾ। ਫਾਇਦਾ ਨੁਕਸਾਨ ਮੈਂ ਤੁਹਾਨੂੰ ਦੱਸ ਚੁੱਕਿਆ ਹੈਗਾ। ਹੁਣ ਗੱਲ ਕਰਦੇ ਹਾਂ ਆਪਾਂ ਅਗਲੇ ਪਾਰਟ ਦੀ। ਅਤੇ ਐਗਜ਼ਾਮ ਸਪੈਸ਼ਲ ਮੈਂ ਸਾਇੰਸ ਦੇ ਉੱਪਰ, ਪੋਲਿਟੀ ਦੇ ਉੱਪਰ, ਹਿਸਟਰੀ ਦੇ ਉੱਪਰ ਅਤੇ ਨਾਇਬ ਤਹਿਸੀਲਦਾਰ
ਅਤੇ ਪਟਵਾਰੀ ਦੀ ਇੱਕ ਮੈਂ 8 ਸੀਰੀਜ਼ ਵਿੱਚ ਲਾਈ ਹੋਈ ਹੈ, ਤੁਸੀਂ ਦੇਖਿਆ ਉਹਨਾਂ ਦੇ 27 ਪਾਰਟ ਤੋਂ ਮੈਂ ਬਣਾ ਵੀ ਚੁੱਕਿਆ ਉਹਨਾਂ ਦੇ। ਅਤੇ ਜੋਗ੍ਰਾਫੀ, ਇਹਨਾਂ ਦੇ ਵਿੱਚੋਂ ਨਾ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲ ਜਾਊਗਾ, ਉਹ ਤੁਸੀਂ ਮੇਰੇ ਚੈਨਲ 'ਤੇ ਜਾ ਕੇ ਦੇਖ ਸਕਦੇ ਹੋ। ਅਤੇ ਜੇਕਰ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਕਰਿਓ ਮੇਰੇ ਚੈਨਲ ਨੂੰ, ਕਿਉਂਕਿ ਹਲੇ ਬਹੁਤ ਵੀਡੀਓ ਆਉਣੀਆਂ ਨੇ। ਐਗਜ਼ਾਮ ਪੁਆਇੰਟ ਆਫ ਵਿਊ ਨਾਲ ਤੁਹਾਨੂੰ ਬਹੁਤ ਫਾਇਦਾ ਹੋਣਾ ਹੈਗਾ। PDF ਤੁਹਾਨੂੰ ਮਿਲੇਗੀ ਟੈਲੀਗ੍ਰਾਮ 'ਤੇ, ਅਤੇ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਮੈਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫੋਲੋ ਕਰਕੇ ਪੁੱਛ ਸਕਦੇ ਹੋ। ਤਿੰਨਾਂ ਦੇ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਵਾਂਗਾ। ਹੁਣ ਆਪਾਂ ਗੱਲ ਕਰਦੇ ਹਾਂ ਮੈਂਟਲ ਐਬਿਲਿਟੀ ਦੀ, ਜਿਹਨੂੰ ਕਿ ਆਪਾਂ ਇੱਕ ਤਰ੍ਹਾਂ ਤੋਂ ਰੀਜ਼ਨਿੰਗ ਕਹਿ ਦਿੰਦੇ ਹਾਂ। ਰੀਜ਼ਨਿੰਗ ਨਾ ਇੱਕ ਇਹੋ ਜਿਹਾ ਸਬਜੈਕਟ ਹੈ ਜਿਹਦੇ ਵਿੱਚ ਨਾ ਤੁਹਾਨੂੰ ਫ੍ਰੀ ਦੇ ਨੰਬਰ ਦਿੱਤੇ ਜਾਣਗੇ। 15 ਕੁਐਸਚਨ ਆਉਣਗੇ, 15 ਵਿੱਚੋਂ 15 ਲੈਣਾ ਬਹੁਤ ਹੀ ਆਸਾਨ ਨੇ, ਅਤੇ ਮੈਜੋਰਿਟੀ ਆਫ ਸਟੂਡੈਂਟ ਇਹਨੂੰ ਲੈਣਗੇ ਵੀ। ਤਾਂ ਇਹ ਨਾ ਜਿਹੜੇ ਮੇਰੇ ਹਿਸਾਬ ਨਾਲ ਫ੍ਰੀ ਦੇ ਨੰਬਰ ਨੇ ਆ ਤੁਹਾਨੂੰ ਨਾ ਇੱਕ ਵੀ ਟੋਪਿਕ ਇਹਦੇ ਵਿੱਚੋਂ ਛੱਡਣਾ ਨਹੀਂ ਹੈ, ਅਤੇ ਡੇਲੀ ਇਹਨੂੰ ਪ੍ਰੈਕਟਿਸ ਕਰੋ। ਮੈਥ ਅਤੇ ਰੀਜ਼ਨਿੰਗ ਇਹੋ ਜਿਹੇ ਸਬਜੈਕਟ ਨੇ, ਡੇਲੀ ਪ੍ਰੈਕਟਿਸ ਕਰੋ, ਕਿਉਂਕਿ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ। ਜੇਕਰ ਆਪਾਂ ਓਵਰਵਿਊ ਲਵਾਂਗੇ ਨਾ, ਹੋ ਸਕਦਾ ਐਗਜ਼ਾਮ ਦੇ ਵਿੱਚ ਆਪਾਂ ਕਨਫਿਊਜ਼ ਹੋ ਕੇ ਗਲਤ ਕਰ ਦਈਏ, ਕਿਉਂਕਿ ਉੱਥੇ ਪਤਾ ਕੀ ਹੁੰਦਾ, ਟਾਈਮ ਲਿਮਿਟ ਹੁੰਦੀ ਹੈ। ਇੱਥੇ ਕੀ ਆਪਾਂ ਆਰਾਮ ਨਾਲ ਬਹਿ ਕੇ ਕਰ ਲੈਂਦੇ ਹਾਂ, ਲੇਕਿਨ ਉੱਥੇ ਟਾਈਮ ਲਿਮਿਟ ਹੁੰਦੀ ਹੈ, ਉਸ ਹਿਸਾਬ ਨਾਲ ਆਪਾਂ ਕਈ ਵਾਰ ਹੜਬੜਾ ਜਾਂਦੇ ਹਾਂ। ਲੇਕਿਨ ਜੇਕਰ ਆਪਣੀ ਪ੍ਰੈਕਟਿਸ ਚੰਗੀ ਹੋਊਗੀ ਤਾਂ ਆਪਾਂ ਉਹਨੂੰ ਉੱਥੇ ਗਲਤ ਨਹੀਂ ਕਰਾਂਗੇ। ਅਤੇ ਇਹਦੇ ਲਈ ਤਾਂ ਸਭ ਨੂੰ ਹੀ ਪਤਾ ਹੈ ਕਿ RS ਅਗਰਵਾਲ ਦੀ ਬੁੱਕ ਜਿਹੜੀ ਹੈ ਮੋਰ ਦੈਨ ਇਨਫ ਹੈ। ਇਹਨੂੰ ਤੁਸੀਂ ਪੜ੍ਹ ਲਓ, ਇੱਕ ਵਾਰ ਨਹੀਂ, 2 ਵਾਰ ਨਹੀਂ, 3 ਵਾਰ ਪੜ੍ਹ ਲਓ ਜੀ, ਮੈਂ ਗਾਰੰਟੀ ਦਿੰਦਾ 15 ਦੇ ਵਿੱਚੋਂ 15 ਕਿਤੇ ਨਹੀਂ ਜਾਣਗੇ ਤੁਹਾਡੇ। ਅਤੇ ਇੱਕ ਇੰਪੋਰਟੈਂਟ ਗੱਲ ਹੋਰ ਅਗਲੇ ਗੱਲ ਡਿਸਕਸ ਕਰਨ ਤੋਂ ਪਹਿਲਾਂ, ਕਿ ਕਈ ਵਾਰ ਨਾ ਮੈਨੂੰ ਸਟੂਡੈਂਟ ਡੇਲੀ ਮੈਸੇਜ ਕਰਦੇ ਨੇ ਕਿ ਸਰ ਡੇਟ ਅਨਾਊਂਸ ਨਹੀਂ ਹੋਈ, ਡੇਟ ਅਨਾਊਂਸ ਨਹੀਂ ਹੋਈ, ਡੇਟ ਅਨਾਊਂਸ ਨਹੀਂ ਹੋਈ। ਮੈਂ ਗੱਲ ਕਹਿਣਾ ਚਾਹੁੰਦਾ ਵੀ ਯੂ ਸ਼ੁੱਡ ਬੀ ਥੈਂਕਫੁਲ ਕਿ ਕੋਈ ਡੇਟ ਅਨਾਊਂਸ ਨਹੀਂ ਹੋਈ ਹੈਗੀ। ਮਤਲਬ ਜੇ ਡੇਟ ਅਨਾਊਂਸ ਹੋਊਗੀ ਤਾਂ ਹੀ ਤਿਆਰੀ ਸ਼ੁਰੂ ਕਰੋਗੇ ਵਧੀਆ ਤਰੀਕੇ ਨਾਲ। ਡੇਟ ਨਹੀਂ ਆਈ ਹੈ ਤਾਂ ਵਧੀਆ ਗੱਲ ਹੈ, ਤਿਆਰੀ ਆਪਣੀ ਖਿੱਚ ਕੇ ਰੱਖੋ, ਕਿਉਂਕਿ ਜਿੱਦਾਂ ਹੀ ਡੇਟ ਆ ਗਈ ਨਾ ਉੱਦਾਂ ਹੀ ਤਿਆਰ ਹੋਣੀ ਹੈ ਤੁਹਾਡੀ। ਡੇਟ ਤੋਂ ਬਾਅਦ ਨਾ ਸਿਰਫ ਇੱਕ ਵਧੀਆ ਜੇ ਸਟੂਡੈਂਟ ਦੀ ਤਿਆਰੀ ਕਹਾਂਗਾ, ਉਹੀ ਕਹਾਂਗਾ ਉਹਨੂੰ ਮੈਂ ਜਿਹੜਾ ਡੇਟ ਆਉਣ ਤੋਂ ਬਾਅਦ ਰਿਵੀਜ਼ਨ ਸ਼ੁਰੂ ਕਰਦਾ ਹੈ, ਨਾ ਕਿ ਨਵੀਂ ਚੀਜ਼ਾਂ ਪੜ੍ਹਦਾ ਹੈਗਾ। ਰਿਵੀਜ਼ਨ ਬਹੁਤ ਜ਼ਰੂਰੀ ਹੈ। ਤੁਸੀਂ ਪੂਰੀ ਸਭ ਕੁਝ ਪੜ੍ਹ ਲਓਗੇ, ਲੇਕਿਨ ਐਗਜ਼ਾਮ ਦੇ ਵਿੱਚ ਜਾ ਕੇ ਨਹੀਂ ਕਰ ਪਾਓਗੇ। ਪਤਾ ਕਿਉਂ? ਐਡਾ ਤੁਸੀਂ ਜੀਨੀਅਸ ਨਹੀਂ ਹੈਗੇ ਵੀ ਸਭ ਕੁਝ ਕਿਤਾਬ ਨੂੰ ਫੜ ਕੇ ਯਾਦ ਕਰ ਲਓਗੇ। ਰਿਵੀਜ਼ਨ ਬਹੁਤ ਜ਼ਰੂਰੀ ਹੈ। ਵੱਡੇ ਤੋਂ ਵੱਡੇ ਕਿਸੇ ਵੀ ਜਿਹੜਾ ਵੀ ਬੰਦਾ ਐਸਪੀਰੈਂਟ ਹੈ, ਈਵਨ IAS ਤੱਕ ਤੋਂ ਇੰਟਰਵਿਊ ਸੁਣੋਗੇ ਨਾ ਕਦੀ, ਉਹ ਆਹੀ ਗੱਲ ਕਹਿੰਦਾ ਜੀ, ਰਿਵੀਜ਼ਨ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ। ਵਨ ਗੋ 'ਚ ਪੜ੍ਹਨ ਨਾਲ ਹੀ ਪੇਪਰ ਪਾਸ ਨਹੀਂ ਹੋਣਾ। ਫਿਰ ਗੱਲ ਕਰਦੇ ਹਾਂ ਆਪਾਂ ਮੈਥ ਦੀ, ਕਿਉਂਕਿ ਇਹਦੇ ਵਿੱਚ ਨਾ ਮੈਂਸੂਰੇਸ਼ਨ ਤਾਂ ਦੇਖੋ ਆਊਗੀ ਡੈਫੀਨੇਟਲੀ ਆਊਗੀ, ਇਹਦੇ ਵਿੱਚ ਤੁਸੀਂ ਇਹਨੂੰ ਰੋਕ ਨਹੀਂ ਸਕਦੇ। ਅਤੇ ਦੂਜੀ ਗੱਲ ਦੇਖਣ ਵਾਲੀ ਹੈ, 30 ਕੁਐਸਚਨ ਆਉਣਗੇ ਜੀ, ਬਹੁਤ ਵਧੀਆ ਚੀਜ਼ ਹੈ। ਯਾਨੀ ਕਿ 30 ਕੁਐਸਚਨ ਆਹ ਅਤੇ 15 ਆਹ 45 ਨੰਬਰ ਇਹੋ ਜਿਹੇ ਨੇ ਨਾ, ਜੇਕਰ 45 ਨੰਬਰ ਤੁਸੀਂ ਸਕੋਰ ਕਰ ਲੈਂਦੇ ਹੋ ਨਾ, ਮੈਂ ਕਹਿੰਦਾ ਕਿ ਤੁਹਾਡੀ ਨਾ ਇੱਕ ਤਰ੍ਹਾਂ ਤੋਂ ਬੇਸਿਕ ਰੂਟ ਬਣ ਜੂਗੀ ਆ, ਜਿਹਨੂੰ ਆਪਾਂ ਕਹਿੰਦੇ ਨਾ ਵੀ ਬੇਸ ਤਿਆਰ ਹੋ ਜਾਊਗਾ ਤੁਹਾਡਾ ਰੈਂਕ ਵਧੀਆ ਲੈਣ ਲਈ। ਉਹ ਆਹੀ ਚੀਜ਼ ਨੇ, ਤੁਸੀਂ 45 ਵਿੱਚੋਂ 45 ਵੀ ਸਕੋਰ ਕਰ ਸਕਦੇ ਹੋ। ਤਾਂ ਹੀ ਮੈਂ ਕਹਿ ਰਿਹਾ ਬਾਰ-ਬਾਰ ਕਿ ਇਹ ਫ੍ਰੀ ਦੇ ਨੰਬਰ ਨੇ। ਹੁਣ ਤੁਸੀਂ ਸੋਚ ਰਹੇ ਹੋਣੇ ਕਿ ਬਾਰ-ਬਾਰ ਮੈਂ ਇੱਦਾਂ ਕਿਉਂ ਬੋਲ ਰਿਹਾ, ਫ੍ਰੀ ਦੇ ਨੰਬਰ ਹੈ, ਮੈਥ ਆਸਾਨ ਥੋੜ੍ਹੀ ਨਾ ਹੁੰਦਾ ਹੈਗਾ। ਦੇਖੋ ਕਿਸੇ ਵੀ ਚੀਜ਼ ਨੂੰ ਨਾ ਮੁਸ਼ਕਿਲ ਜਾਂ ਆਸਾਨ ਬਣਾਉਣਾ ਤੁਹਾਡੇ ਉੱਪਰ ਹੈ। ਮੈਥ ਦੇ ਵਿੱਚ ਕੁਝ ਇਹੋ ਜਿਹੀ ਚੀਜ਼ਾਂ ਵੀ ਹੋਣਗੀਆਂ ਜਿਹੜੇ ਤੁਹਾਨੂੰ ਆਸਾਨ ਲੱਗਦੀਆਂ ਨੇ। ਆਸਾਨ ਕਿਉਂ ਲੱਗਦੀਆਂ ਨੇ? ਆਸਾਨ ਨਹੀਂ ਹੈਗੀ, ਬੇਸਿਕਲੀ ਤੁਸੀਂ ਜਾਣਦੇ ਹੋ, ਇਸ ਕਰਕੇ ਤੁਹਾਨੂੰ ਆਸਾਨ ਲੱਗਦੀ ਹੈ। ਅਤੇ ਆਪਣਾ ਨਜ਼ਰੀਆ ਹੈਗਾ ਦੇਖਣ ਦਾ ਵੀ ਚੀਜ਼ ਆਸਾਨ ਹੈ ਮੁਸ਼ਕਿਲ ਹੈ। ਤਾਂ ਟਰਾਈ ਕਰੋ ਕਿ ਜਿੰਨੇ ਤੁਹਾਨੂੰ ਸਬਜੈਕਟ ਨਹੀਂ ਆਉਂਦੇ ਹੈਗੇ, ਘੱਟੋ ਘੱਟ ਉਹਨਾਂ ਨੂੰ ਕੁਛ ਟਾਈਮ ਦੇ ਕੇ ਸ਼ੁਰੂ ਤਾਂ ਕਰੋ। ਇੱਕ ਵਾਰੀ ਸ਼ੁਰੂ ਕਰੋਗੇ ਤਾਂ ਹੀ ਹੋਊਗਾ। ਇੱਕ ਪੋਜ਼ੀਟਿਵ ਨੋਟ ਦੇ ਨਾਲ ਨਾ ਉਹ ਚੀਜ਼ਾਂ ਸ਼ੁਰੂ ਕਰੋ ਜਿਹੜੀ ਤੁਹਾਨੂੰ ਨਹੀਂ ਆਉਂਦੀਆਂ ਹੈਗੀਆਂ। ਮੈਂ ਗਾਰੰਟੀ ਦਿੰਦਾ ਤੁਸੀਂ ਪੇਪਰ ਸਟਾਰਟ ਹੋਣ ਤੋਂ ਪਹਿਲਾਂ, ਯਾਨੀ ਕਿ ਐਗਜ਼ਾਮ ਦੇ ਡੇਟ ਆਉਣ ਤੋਂ ਪਹਿਲਾਂ ਕੰਪਲੀਟ ਕਵਰ ਕਰ ਲਓਗੇ ਇਹਨੂੰ। 45 ਨੰਬਰ ਬਹੁਤ ਜ਼ਿਆਦਾ ਅਹਿਮ ਨੇ ਤੁਹਾਡੇ ਲਈ, ਧਿਆਨ ਰੱਖਿਓ ਇਸ ਗੱਲ ਦਾ। ਅਤੇ ਇਹਦੇ ਲਈ ਵੀ RS ਅਗਰਵਾਲ ਦੀ ਵੀ ਆ, ਜਿਹੜਾ ਤੁਹਾਡਾ ਪੁਰਾਣਾ ਐਡੀਸ਼ਨ ਆ, ਨਵਾਂ ਐਡੀਸ਼ਨ ਹੈ, ਹਲਕਾ ਫੁਲਕਾ ਫਰਕ ਤਾਂ ਦੇਖੋ ਹੁੰਦਾ ਹੀ ਹੈ ਹਰ ਆਪਣੇ ਐਡੀਸ਼ਨ ਦੇ ਨਾਲ, ਤਾਂ ਤੁਹਾਨੂੰ ਪਤਾ ਹੀ ਹੈ। ਅਤੇ ਆਹ ਬੁੱਕ ਤੁਸੀਂ ਪ੍ਰੀਪੇਅਰ ਕਰ ਸਕਦੇ ਹੋ। ਅਤੇ ਜੇਕਰ ਤੁਹਾਡੇ ਕੋਲ ਬੁੱਕ ਹੈਗੀ ਹੈ, ਵੈਲ ਗੁੱਡ ਵੀਰੇ, ਤੁਹਾਡੇ ਕੋਲ ਹੋਣੀ ਵੀ ਚਾਹੀਦੀ ਆ ਬੁੱਕ। ਜੇ ਨਹੀਂ ਹੈਗੀ ਤਾਂ ਆਪਣੇ ਆਸ-ਪਾਸ ਦੇ ਏਰੀਏ ਤੋਂ ਬੁੱਕ ਸ਼ੋਪ ਤੋਂ ਪਰਚੇਸ ਕਰ ਲਿਓ। ਜੇ ਔਨਲਾਈਨ ਪਰਚੇਸ ਕਰਨਾ ਚਾਹੁੰਦੇ ਹੋ ਨਾ, ਤਾਂ ਮੈਂ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਵਾਂਗਾ, ਤੁਸੀਂ ਉੱਥੇ ਜਾ ਕੇ ਲੈ ਸਕਦੇ ਹੋ। ਜੇਕਰ ਕਈ ਵਾਰ ਕੀ ਹੁੰਦਾ ਨਾ ਕਿ ਸ਼ੋਰਟੇਜ ਹੋ ਜਾਂਦੀ ਹੈ ਬੁੱਕ ਦੀ, ਤਾਂ ਔਨਲਾਈਨ ਵੀ ਤੁਸੀਂ ਮੰਗਾ ਸਕਦੇ ਹੋ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਚੌਥੇ ਪਾਰਟ ਦੀ, 20 ਨੰਬਰ ਦਾ ਹੈਗਾ, ਜਿਹੜਾ ਇੰਗਲਿਸ਼ ਅਤੇ ਪੰਜਾਬੀ, ਯਾਨੀ ਕਿ 10 ਨੰਬਰ ਦਾ ਇੰਗਲਿਸ਼ 'ਚ ਆਊਗਾ, 10 ਨੰਬਰ ਦਾ ਪੰਜਾਬੀ 'ਚ ਆਊਗਾ। ਇਹਦੇ ਲਈ ਕੋਈ ਸਪੈਸ਼ਲ ਬੁੱਕ ਖਰੀਦਣ ਦੀ ਤੁਹਾਨੂੰ ਲੋੜ ਨਹੀਂ ਹੈਗੀ, ਬਿਕੋਜ਼ ਜਿਹੜੀ ਤੁਹਾਡੇ ਕੋਲ ਆਲਰੇਡੀ ਬੁੱਕ ਪਈਆਂ ਨੇ ਇੰਗਲਿਸ਼ ਅਤੇ ਪੰਜਾਬੀ ਦੀ, ਤੁਸੀਂ ਉਹਨੂੰ ਹੀ ਰੀਡ ਕਰੋ। ਕਿਉਂਕਿ ਇਹਦੇ ਵਿੱਚ ਤੁਹਾਨੂੰ ਜ਼ਿਆਦਾ ਨੰਬਰ ਹੈਲਪ ਪਤਾ ਕਿੱਦੋਂ ਕਰਨਗੇ? ਐਡਜੈਕਟਿਵ, ਆਰਟੀਕਲ, ਪ੍ਰੈਪੋਜੀਸ਼ਨ, ਬਿਲਕੁਲ ਹੀ ਸਿੰਪਲ ਪੁੱਛੇ ਜਾਣਗੇ, ਕੋਈ ਵੱਡੇ ਨਹੀਂ ਪੁੱਛੇ ਜਾਣਾ ਹੈਗਾ। ਸਿੰਗਲ ਲਾਈਨ ਦਾ ਪੁੱਛਿਆ ਜਾਊਗਾ, ਜਿਵੇਂ ਡਾਇਰੈਕਟ ਇਨਡਾਇਰੈਕਟ ਸਪੀਚ, ਐਕਟਿਵ ਪੈਸਿਵ, ਕਰੈਕਸ਼ਨ ਦੱਸਣਾ, ਸਪੈਲਿੰਗ ਚੈੱਕ ਕਰਨਾ, ਜੈਂਡਰ, ਜਿਵੇਂ ਕਿ ਪੰਜਾਬੀ ਦੇ ਵਿੱਚ ਪੁੱਛੇ ਜਾਂਦੇ ਨੇ, ਈਡੀਅਮਸ, ਰੀਡਿੰਗ ਕੰਪਰੀਹੈਂਸ਼ਨ। ਤਾਂ ਆਹ ਚੀਜ਼ਾਂ ਜਿਹੜੀਆਂ ਨੇ ਨਾ ਕਾਫੀ ਜ਼ਿਆਦਾ ਸਿੰਪਲ ਨੇ, ਕੋਈ ਐਡੀ ਵੱਡੀ ਗੱਲ ਨਹੀਂ ਹੈਗੀ। ਇੱਕ 1 ਵਰਡ ਸਬਸਟੀਟਿਊਟ ਬਾਰੇ ਬਹੁਤ ਪੁੱਛਿਆ ਜਾਂਦਾ, ਸਿਨੋਨਿਮ ਐਂਟੋਨਿਮ 2 ਕਰਕੇ ਪੁੱਛ ਲੈਂਦੇ ਨੇ। ਤਾਂ ਜਿਹੜੀ ਬੁੱਕ ਤੁਹਾਡੇ ਕੋਲ ਪਈ ਹੈ, ਉਸ ਬੁੱਕ ਦੇ ਵਿੱਚ ਹੀ ਤੁਸੀਂ ਪੜ੍ਹੋ, ਉਹਨੂੰ 2 ਜਾਂ 3 ਵਾਰ ਰਿਵਾਈਜ਼ ਕਰ ਲਓ। ਕਿਉਂਕਿ ਬੇਸਿਕਲੀ PTRPLS ਵੀ ਕੀ ਕਰਦਾ ਕਿ ਜਿਹੜੇ SSC ਦੇ ਪੁਰਾਣੇ ਪੇਪਰ ਆਏ ਹੁੰਦੇ ਨੇ ਨਾ, ਪ੍ਰੀ ਦੇ ਇੰਗਲਿਸ਼ ਦੇ,
ਉਹਨਾਂ ਵਿੱਚੋਂ ਹੀ ਪੁੱਛ ਲੈਂਦਾ ਹੈਗਾ ਜੀ, ਉਹੀ ਸੇਮ ਟੂ ਸੇਮ ਚੱਕ ਕੇ ਪੁੱਛ ਲੈਂਦਾ। ਮੈਂ ਕਈ ਪੇਪਰਾਂ ਦੇ ਵਿੱਚ ਇਹਦੇ ਬਾਰੇ ਪੜ੍ਹਿਆ ਵੀ ਹੈ। ਹੁਣ ਆਪਾਂ ਨੈਕਸਟ ਗੱਲ ਕਰਦੇ ਹਾਂ ਜੀ IT ਯਾਨੀ ਕਿ ਕੰਪਿਊਟਰ ਬਾਰੇ। ਕੰਪਿਊਟਰ ਇੱਦਾਂ ਦਾ ਸਬਜੈਕਟ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ, ਅਤੇ ਜਿਨ੍ਹਾਂ ਨੇ ਪੜ੍ਹਿਆ ਹੈ ਉਹਨਾਂ ਨੂੰ ਕਾਫੀ ਕੁਛ ਪਤਾ ਹੈਗਾ। ਇਹਦੇ ਵਿੱਚ ਤੁਹਾਨੂੰ MS ਵਰਡ ਯਾਨੀ ਕਿ ਜਿਹੜਾ ਆਫਿਸ ਕਹਿੰਦੇ ਜਿਹਨੂੰ, ਉਹਦੇ ਵਿੱਚ ਤਾਂ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ, ਇੰਟਰਨੈਟ ਦੇ ਉੱਪਰ ਮਿਲਣਗੇ, ਸਾਈਬਰ ਲੋਜ਼ ਦੇ ਉੱਪਰ, ਮਾਲਵੇਅਰ ਦੇ ਉੱਪਰ, ਅਤੇ ਅੰਡਰਸਟੈਂਡਿੰਗ ਈਮੇਲ, SMS, ਮੈਸੇਂਜਰ, ਜਿਹੜੇ ਵੀ ਅੱਜ ਕੱਲ੍ਹ ਆਪਾਂ ਪ੍ਰੋਡਕਟਿਵ ਟੂਲ ਯੂਜ਼ ਕਰ ਰਹੇ ਹਾਂ, ਅਤੇ ਡੇ ਟੂ ਡੇ ਕਮਿਊਨੀਕੇਸ਼ਨ ਬਾਰੇ। ਇਹਦੇ ਉੱਪਰ ਵੈਸੇ ਮੈਂ ਕੰਪਿਊਟਰ ਦੇ ਲਈ 2-3 ਵੀਡੀਓਜ਼ ਤਾਂ ਪਹਿਲਾਂ ਹੀ ਬਣਾ ਚੁੱਕਿਆ ਹੈਗਾ, ਬਟ ਆ ਇਨਫ ਨਹੀਂ ਹੈਗੀਆਂ। ਅਤੇ ਇੱਕ ਗੱਲ ਹੋਰ, ਜੇਕਰ ਤੁਹਾਨੂੰ ਮੇਰੇ ਚੈਨਲ ਤੋਂ ਇਲਾਵਾ ਵੀ ਕਿਸੇ ਹੋਰ ਚੈਨਲ 'ਤੇ ਪਸੰਦ ਆਉਂਦੀ ਹੈ ਕੋਈ ਚੀਜ਼ ਪੜ੍ਹਨ ਦੀ, ਤਾਂ ਤੁਸੀਂ ਬੇਝਿਜਕ ਨਾ ਪੜ੍ਹੋ ਉਹਨੂੰ। ਮੈਂ ਆ ਨਹੀਂ ਕਹਿੰਦਾ ਵੀ ਤੁਸੀਂ ਮੇਰੇ ਚੈਨਲ ਤੋਂ ਹੀ ਪੜ੍ਹੋ, ਜਿੱਥੇ ਤੁਹਾਨੂੰ ਸਮਝ ਆਉਂਦਾ ਹੈ, ਵਧੀਆ ਲੱਗਦਾ ਹੈ, ਉੱਥੋਂ ਪੜ੍ਹੋ। ਮੇਨ ਮਕਸਦ ਹੈ ਤੁਹਾਡਾ ਪੇਪਰ ਪਾਸ ਹੋਣਾ। ਮੇਨ ਮਕਸਦ ਆ ਨਹੀਂ ਹੈਗਾ ਕਿ ਮੈਂ ਮੇਰੇ ਚੈਨਲ ਦੇ ਥਰੂ ਦੱਸਾਂ ਵੀ ਮੈਂ ਬਹੁਤ ਵਧੀਆ ਹੈਗਾ। ਮੈਂ ਚਾਹੁੰਦਾ ਕਿ ਤੁਸੀਂ ਪਾਸ ਕਰੋ ਐਗਜ਼ਾਮ, ਜਿੱਥੋਂ ਮਰਜ਼ੀ ਪੜ੍ਹੋ, ਬੈਨੀਫਿਟ ਤੁਹਾਡਾ ਹੋਣਾ ਚਾਹੀਦਾ। ਬਸ ਮੇਨ ਮਕਸਦ ਆਹੀ ਆ ਵੀਡੀਓ ਬਣਾਉਣ ਦਾ ਵੀ। ਖੁਦ ਹੀ ਮੈਂ ਪਬਲਿਸਿਟੀ ਨਹੀਂ ਚਾਹੁੰਦਾ ਹੈਗਾ, ਮੈਂ ਇਹ ਚਾਹੁੰਦਾ ਕਿ ਤੁਸੀਂ ਪੜ੍ਹ ਲਓ ਕਿਸੇ ਤਰ੍ਹਾਂ। ਅਤੇ ਮੈਂ ਇਹਦੇ ਹੋਰ ਵੀ ਪਾਰਟ ਲੈ ਕੇ ਆਵਾਂਗਾ। ਅਤੇ ਤੁਹਾਨੂੰ ਕਿਸੇ ਵੀ ਟੋਪਿਕ ਦੇ ਉੱਪਰ ਵੀਡੀਓ ਚਾਹੀਦੀ ਹੈ ਤਾਂ ਕਮੈਂਟ ਸੈਕਸ਼ਨ ਦੇ ਵੀ ਦੱਸੋ। ਕਮੈਂਟ ਸੈਕਸ਼ਨ 'ਚ ਨਹੀਂ ਦੱਸਣਾ ਤਾਂ ਇੰਸਟਾਗ੍ਰਾਮ 'ਤੇ ਤੁਹਾਨੂੰ ਲਿੰਕ ਦਿੱਤਾ ਹੋਇਆ, ਮੈਂ ਉੱਥੇ ਦੱਸ ਦਿਓ। ਕਾਫੀ ਇੰਪੋਰਟੈਂਟ ਹੈ ਕਿਉਂਕਿ ਇਹਦੇ ਵੀ 15 ਕੁਐਸਚਨ ਆਉਣਗੇ। ਕਿਉਂਕਿ ਜਿੰਨੇ ਵੀ 7 ਦੇ 7 ਸੈਕਸ਼ਨ ਨੇ ਨਾ, ਤੁਸੀਂ 7 ਦੇ 7 ਵਿੱਚ ਤਾਂ ਦੇਖੋ ਜੀ ਆਲਰਾਊਂਡਰ ਨਹੀਂ ਹੋ ਸਕਦੇ, ਲੇਕਿਨ ਮੈਂ ਚਾਹੁੰਦਾ ਕਿ ਤੁਸੀਂ 5 ਦੇ 6 ਦੇ ਵਿੱਚ ਤਾਂ ਐਟਲੀਸਟ ਪੂਰੀ ਤਰ੍ਹਾਂ ਨਾਲ ਪੜ੍ਹ ਕੇ ਜਾਓ। ਕਿਉਂਕਿ ਜੇਕਰ ਇੱਕ ਸੈਕਸ਼ਨ ਖਰਾਬ ਵੀ ਜਾਂਦਾ ਹੈਗਾ ਨਾ, ਕੋਈ ਫਰਕ ਨਹੀਂ ਪੈਂਦਾ ਹੈਗਾ, ਤੁਹਾਡਾ ਰੈਂਕ ਡੈਫੀਨੇਟਲੀ ਆਊਗਾ ਹੀ ਆਊਗਾ। ਐਗਰੀਕਲਚਰ ਦੀ ਗੱਲ ਕਰਦੇ ਹਾਂ ਜੀ। ਐਗਰੀਕਲਚਰ ਦੇ ਵੀ 10 ਕੁਐਸਚਨ ਆਉਣਗੇ, ਅਤੇ ਐਗਰੀਕਲਚਰ ਤਾਂ ਇੰਪੋਰਟੈਂਟ ਰਹਿੰਦਾ ਹੀ ਹੈਗਾ। ਜੇਕਰ ਮੈਂ ਨਾਇਬ ਤਹਿਸੀਲਦਾਰ ਦੇ ਪਟਵਾਰੀ ਦੇ ਪੇਪਰ ਲਈ ਗੱਲ ਕਰਾਂ ਤੁਹਾਡੇ ਨਾਲ, ਜਿਹੜੀ ਆਪਣੀ ਜੋਗ੍ਰਾਫੀ ਦੀ ਸੀਰੀਜ਼ ਚਲਾ ਰੱਖੀ ਹੈ ਨਾ, ਮੈਂ ਆਹ ਪਾਰਟ ਨਾ ਮੈਂ ਉਹਦੇ ਵਿੱਚ ਹੀ ਕਵਰ ਕਰਾਂਗਾ ਐਗਰੀਕਲਚਰ ਦਾ। ਬੇਝਿਜਕ ਰਹੋ, ਤੁਹਾਨੂੰ ਐਗਜ਼ਾਮ ਆਉਣ ਤੋਂ ਪਹਿਲਾਂ ਐਗਰੀਕਲਚਰ ਬਾਰੇ ਮੈਂ ਬਹੁਤ ਸਾਰੀ ਵੀਡੀਓਜ਼ ਲੈ ਕੇ ਆਵਾਂਗਾ। ਹੁਣ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ ਹਿਸਟਰੀ ਬਾਰੇ। ਬੇਸਿਕਲੀ ਪੰਜਾਬ ਦੀ ਹਿਸਟਰੀ ਹੈ ਜਿਹੜੀ, ਗੁਰੂ ਬਾਰੇ ਕੁਐਸਚਨ ਆਉਣਾ ਹੀ ਆਉਣਾ ਹੈਗਾ। ਬ੍ਰਿਟਿਸ਼ ਪੀਰੀਅਡ ਬਾਰੇ ਕੁਐਸਚਨ ਆਉਣਾ ਹੈਗਾ, ਕਿਹੜੀ ਨੈਸ਼ਨਲ ਮੂਵਮੈਂਟ ਚੱਲੀ ਸੀਗੀ, ਕਿਹੜੇ ਮੇਜਰ ਪਰਸਨੈਲਿਟੀ ਸੀਗੇ। ਲਿਟਰੇਚਰ ਬਾਰੇ, ਪੰਜਾਬੀ ਲਿਟਰੇਚਰ ਬਾਰੇ ਤਾਂ ਮੈਂ ਇੱਕ ਕੰਪਲੀਟ ਵੀਡੀਓ ਆਈ ਥਿੰਕ 6 ਮਹੀਨੇ ਹੋਣ ਵਾਲੇ ਨੇ ਬਣਾ ਚੁੱਕਿਆ ਹੈਗਾ, ਅਤੇ ਬਹੁਤ ਹੀ ਘੱਟ ਬੱਚਿਆਂ ਨੇ ਉਹ ਵੀਡੀਓ ਦੇਖੀ ਹੈ। ਤਾਂ ਪੰਜਾਬ ਲਿਟਰੇਚਰ ਨੇ ਉਹਦੇ ਵਿੱਚ ਕੰਪਲੀਟਲੀ ਕਵਰ ਕੀਤਾ ਹੋਇਆ ਹੈਗਾ, ਕਿਹੜੇ ਕੁਐਸਚਨ ਤੁਹਾਡੇ ਬਣ ਸਕਦੇ ਨੇ ਉਹ ਵੀ ਕਲੀਅਰ ਕੀਤੇ ਹੋਏ ਨੇ। ਤਾਂ ਜਾ ਕੇ ਪੰਜਾਬ ਲਿਟਰੇਚਰ ਦੀ ਵੀਡੀਓ ਨਹੀਂ ਦੇਖੀ ਤਾਂ ਇੱਥੇ ਇੱਕ ਆਈ ਬਟਨ ਆਊਗਾ, ਉੱਥੇ ਜਾ ਕੇ ਤੁਸੀਂ ਕਲਿੱਕ ਕਰਕੇ ਦੇਖ ਸਕਦੇ ਹੋ। ਅਤੇ ਪੰਜਾਬ ਦੀ ਜੇਕਰ ਤੁਸੀਂ GK ਪੜ੍ਹਨਾ ਚਾਹੁੰਦੇ ਹੋ, ਪੰਜਾਬ ਬਾਰੇ ਕੁਛ ਵੀ ਪੜ੍ਹਨਾ ਚਾਹੁੰਦੇ ਹੋ ਨਾ, ਆਈ ਥਿੰਕ ਇਹਦੇ ਉੱਪਰ ਕੋਈ ਬੁੱਕ ਹੈਗੀ ਨਹੀਂ। ਮੈਂ ਇਸ ਕਰਕੇ ਨਹੀਂ ਕਹਿ ਰਿਹਾ ਕਿ ਮੈਨੂੰ ਕੋਈ ਉਹ ਹੈ, ਲੇਕਿਨ ਮੈਂ ਆਪ ਪੜ੍ਹੀ ਹੈ ਬੁੱਕ, ਜਿਹਦੇ ਨਾਲ ਮੈਨੂੰ ਕਾਫੀ ਜ਼ਿਆਦਾ ਅੱਛਾ ਲੱਗੀ ਹੈ, ਅਤੇ ਤਾਂ ਹੀ ਮੈਂ ਤੁਹਾਡੇ ਲਈ ਸ਼ੇਅਰ ਕਰ ਰਿਹਾ। ਜਿਹਨੂੰ ਪੰਜਾਬੀ ਦੇ ਵਿੱਚ ਪੜ੍ਹਨਾ, ਪੰਜਾਬੀ ਦੇ ਵਿੱਚ ਪੜ੍ਹ ਸਕਦੇ ਹੋ, ਜਿਹਨੂੰ ਇੰਗਲਿਸ਼ ਦੇ ਵਿੱਚ ਪੜ੍ਹਨਾ ਹੈਗਾ, ਕਿਉਂਕਿ ਲੈਂਗੁਏਜ ਨਾਲ ਮੈਟਰ ਨਹੀਂ ਕਰਦੀ, ਸਮਝ ਆਉਣਾ ਚਾਹੀਦਾ ਹੈਗਾ। ਤੁਹਾਨੂੰ ਇੰਗਲਿਸ਼ ਪੜ੍ਹ ਰਹੇ ਦਾ ਮਤਲਬ ਆ ਨਹੀਂ ਕਿ ਤੁਸੀਂ ਬਹੁਤ ਵੱਡੇ ਹੋ ਗਏ ਹੋ, ਜੇ ਪੰਜਾਬੀ ਪੜ੍ਹ ਰਹੇ ਹੋ ਛੋਟੇ ਹੋ ਗਏ, ਇਹਦਾ ਕੁਛ ਨਹੀਂ ਹੈਗਾ। ਲੈਂਗੁਏਜ ਸਿਰਫ ਇੱਕ ਮੀਡੀਅਮ ਹੁੰਦਾ ਕੋਈ ਵੀ ਚੀਜ਼ ਦਾ ਸਮਝਣ ਦਾ। ਕਿਸੇ ਦਾ ਭਾਈ ਕਿਉਂ ਨਹੀਂ ਨਾਪ ਸਕਦੇ ਹੈਗੇ ਸਿਰਫ ਲੈਂਗੁਏਜ ਜਾਣਨ ਨਾਲ। ਅਤੇ ਜੇਕਰ ਆਹ ਤੁਹਾਡੇ ਕੋਲ ਹੈਗੀ ਹੈ ਤਾਂ ਵੈਲ ਗੁੱਡ, ਵੀ ਪੜ੍ਹ ਸਕਦੇ ਹੋ ਤੁਸੀਂ। ਨਹੀਂ ਹੈਗੀ ਤਾਂ ਆਪਣੇ ਆਸ-ਪਾਸ ਦੇ ਬੁੱਕ ਸ਼ਾਪ ਤੋਂ ਪਰਚੇਸ ਕਰ ਸਕਦੇ ਹੋ। ਔਨਲਾਈਨ ਪਰਚੇਸ ਕਰਨਾ ਤਾਂ ਉਹਦਾ ਲਿੰਕ ਵੀ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ। ਤਾਂ ਆਹ ਤਾਂ ਸੀਗਾ ਜੀ ਕਿੱਦਾਂ ਤੁਸੀਂ ਪੜ੍ਹਨਾ ਹੈਗਾ, ਕਿੱਦਾਂ ਕਰਨਾ ਹੈਗਾ। ਜੇ ਮੈਂ ਸ਼ਡਿਊਲ ਦੀ ਗੱਲ ਕਰਾਂ ਨਾ, ਟਰਾਈ ਕਰੋ ਕਿ ਮੰਡੇ ਟੂ ਫਰਾਈਡੇ ਆਹ ਜਿਹੜੇ 5 ਦਿਨ ਨੇ ਨਾ, ਇਹਨਾਂ ਦੇ ਵਿੱਚ ਤੁਸੀਂ ਕੀ ਕਰੋਗੇ, ਨਵਾਂ ਕੰਮ ਕਰੋਗੇ ਜੀ। ਅਤੇ ਜਿਹੜੇ ਲਾਸਟ ਦੇ 2 ਦਿਨ ਰਹਿੰਦੇ ਨੇ, ਸੈਟਰਡੇ ਸੰਡੇ ਯਾਨੀ ਕਿ ਵੀਕਐਂਡਸ, ਇਹਨਾਂ 'ਤੇ ਤੁਸੀਂ ਕੋਈ ਨਵੀਂ ਚੀਜ਼ ਨਹੀਂ ਪੜ੍ਹੋਗੇ। ਇਹਨਾਂ 5 ਦਿਨਾਂ ਦਾ ਕੀਤਾ ਹੋਇਆ ਕੰਮ ਹੀ ਰਿਵਾਈਜ਼ ਕਰੋਗੇ, ਰਿਵੀਜ਼ਨ ਕਰੋਗੇ। ਅਤੇ ਜੇਕਰ ਤੁਹਾਨੂੰ ਕੋਈ ਮੌਕ ਟੈਸਟ ਸੀਰੀਜ਼ ਮਿਲਦੀ ਆ, ਉਹ ਪਰਚੇਸ ਕਰ ਲਓ, ਤੁਸੀਂ ਮੌਕ ਟੈਸਟ ਦੇਣ ਦੀ ਟਰਾਈ ਕਰੋ। ਅਤੇ ਜੇਕਰ ਹਰ ਹਫਤੇ ਤੁਸੀਂ ਮੌਕ ਟੈਸਟ ਨੰਬਰ ਦੇ ਕੇ ਆਪਣੀ ਪਰਫੋਰਮੈਂਸ ਨੂੰ ਦੇਖ ਸਕਦੇ ਹੋ ਕਿ ਨੰਬਰ ਵੱਧ ਰਹੇ ਨੇ ਜਾਂ ਘੱਟ ਰਹੇ ਨੇ, ਉਹ ਪਰਫੋਰਮੈਂਸ ਚੈੱਕ ਕਰਨਾ ਬਹੁਤ ਜ਼ਰੂਰੀ ਹੈ। ਤਾਂ ਹੀ ਪਤਾ ਲੱਗੂਗਾ ਕਿ ਬੰਦਾ ਕਿੰਨੇ ਪਾਣੀ 'ਚ ਹੈ ਅਤੇ ਕਿੰਨਾ ਤਰ ਚੁੱਕਿਆ ਹੈਗਾ। ਅਤੇ ਜੇਕਰ ਤੁਹਾਡੇ ਹਰ ਵੀਕ ਮੌਕ ਟੈਸਟ ਦੇ ਵਿੱਚ ਨੰਬਰ ਵੱਧ ਰਹੇ ਨੇ, ਦੈਟ ਮੀਨਸ ਤੁਸੀਂ ਸਹੀ ਕਰ ਰਹੇ ਹੋ। ਇਸੇ ਸਪੀਡ ਨਾਲ ਜਾਂਦੇ ਰਹੋ। ਆਹ 5 ਤੇ 2 ਵਾਲਾ ਤਰੀਕਾ ਨਾ ਮੈਂ ਖੁਦ ਲਈ ਵੀ ਅਪਣਾਇਆ ਹੈਗਾ, ਅਤੇ ਕਾਫੀ ਜ਼ਿਆਦਾ ਇਫੈਕਟਿਵ ਹੈ। ਆਹੀ ਕਰੋ। ਅਦਰਵਾਈਜ਼ ਜੇ ਤੁਹਾਡੇ ਕੋਲ ਵੀ ਕੋਈ ਸ਼ੈਡਿਊਲ ਹੈਗਾ ਤਾਂ ਤੁਸੀਂ ਉਹਦੇ ਨਾਲ ਵੀ ਚੱਲ ਸਕਦੇ ਹੋ। ਜ਼ਰੂਰੀ ਨਹੀਂ ਕਿ ਜੋ ਮੈਂ ਕਹਿ ਰਿਹਾ ਉਹੀ ਕਰੋ, ਲੇਕਿਨ ਗੱਲ ਉਹੀ ਹੈ ਕਿ ਰਿਜ਼ਲਟ ਆਉਣਾ ਚਾਹੀਦਾ ਵੀਰੇ। ਕੁਛ ਵੀ ਕਰੋ, ਰਿਜ਼ਲਟ ਆਵੇ। ਅਤੇ ਹੁਣ ਜਾਣ ਤੋਂ ਪਹਿਲਾਂ ਜੇਕਰ ਵੀ ਤੁਹਾਡੀ ਕੋਈ ਕੁਐਰੀ ਹੈ ਤਾਂ ਕਮੈਂਟ ਕਰਕੇ ਮੈਨੂੰ ਥੱਲੇ ਦੱਸਿਓ। ਤੁਸੀਂ ਚਾਹੁੰਦੇ ਹੋ ਮੈਂ ਕਿਸੇ ਟੋਪਿਕ ਦੇ ਉੱਪਰ ਪਰਟੀਕੂਲਰ ਵੀਡੀਓ ਬਣਾਵਾਂ, ਉਹ ਦੱਸਿਓ। ਅਤੇ ਵੀਡੀਓ ਨੂੰ ਚੰਗੀ ਤਰ੍ਹਾਂ ਲਾਈਕ ਵੀ ਕਰੋ, ਵੀ ਚੰਗੀ ਲੱਗੀ ਹੋਵੇ ਤਾਂ, ਅਤੇ ਸ਼ੇਅਰ ਵੀ ਕਰੋ ਜਿਹੜੇ ਬੱਚੇ ਕਨਫਿਊਜ਼ ਨੇ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਪੜ੍ਹਨਾ ਕੀ ਆਪਾਂ। ਅਤੇ ਤੁਸੀਂ ਮੇਰੀ ਹੋਰ ਵੀਡੀਓਜ਼ ਵੀ ਦੇਖ ਸਕਦੇ ਹੋ। ਤੁਸੀਂ ਆਹ ਹੈਸ਼ਟੈਗ ਯੂਜ਼ ਕਰ ਸਕਦੇ ਹੋ, ਸਟੱਡੀ ਵਿਦ ਸੁਨੀਲ ਜਿੰਦਲ। ਆਹ ਯੂਜ਼ ਕਰਕੇ ਤੁਸੀਂ ਹੋਰ ਵੀਡੀਓਜ਼ ਵੀ ਪੜ੍ਹ ਸਕਦੇ ਹੋ, ਹੋਰ ਵੀਡੀਓਜ਼ ਨੂੰ ਦੇਖ ਸਕਦੇ ਹੋ। GK ਦਾ ਕਾਫੀ ਅੱਛਾ ਕੰਟੈਂਟ ਮੈਂ ਉਹਦੇ ਵਿੱਚ ਦਿੱਤਾ ਹੋਇਆ ਹੈ।
ਇਸ ਪੇਪਰ ਦੇ ਵਿੱਚ ਨਾ 120 ਦਾ ਆਉਣਾ। ਜੇਕਰ ਤੁਹਾਡਾ ਸਕੋਰ ਨਾ 80 ਪਲੱਸ ਜਾਂਦਾ ਹੈ ਨਾ ਤਾਂ ਸਮਝ ਲਿਓ ਕਿ ਤੁਸੀਂ ਸਿਲੈਕਸ਼ਨ ਦੇ ਨਾ ਨੇੜੇ। ਘੱਟੋ ਘੱਟ ਇੰਨੀ ਤਿਆਰੀ ਕਰਕੇ ਜਾਓ ਕਿ 80 ਪਲੱਸ ਨੰਬਰ ਤਾਂ ਆਉਣ ਹੀ। ਤਾਂ ਚਲੋ ਵੀ ਇਸੇ ਮੋਟੀਵੇਸ਼ਨ ਨਾਲ ਪੋਜ਼ੀਟਿਵ ਰਹਿਣਾ ਹੈਗਾ, ਕੋਈ ਘਬਰਾਉਣ ਵਾਲੀ ਲੋੜ ਨਹੀਂ ਹੈਗੀ। ਤੁਸੀਂ ਕਰ ਸਕਦੇ ਹੋ, ਪੋਜ਼ੀਟਿਵ ਮਾਈਂਡ ਨਾਲ ਸਟਾਰਟ ਰੱਖਿਓ। ਤੁਸੀਂ ਕਰ ਸਕਦੇ ਹੋ ਅਤੇ ਤੁਸੀਂ ਹੀ ਕਰਨਾ ਹੈਗਾ। ਆਹ ਸੋਚ ਕੇ ਜੇ ਤਿਆਰੀ ਹਲੇ ਵੀ ਸ਼ੁਰੂ ਨਹੀਂ ਕੀਤੀ ਤਾਂ ਸ਼ੁਰੂ ਕਰ ਦਿਓ। ਸੋ ਥੈਂਕਸ ਫॉर ਵਾਚਿੰਗ ਜੀ, ਜਲਦੀ ਮਿਲਾਂਗੇ। ਜੈ ਹਿੰਦ।